देख देख के कर लेते हैं। ठीक है, बस थोड़ा समझण वाली गल यही है, ਜਿਹੜੀਆਂ ਮੇਨ ਗੱਲਾਂ ਉਹਦਾ ਆਪਾਂ ਥੋੜੇ ਥੋੜੇ ਦੇ ਵਿੱਚ ਹੀ ਕਰ ਲਈ। 3D ਦੇ ਵਿੱਚ ਇੱਕ ਤਾਂ ਡਿਸਟੈਂਸ ਫਾਰਮੂਲਾ ਹੁੰਦਾ ਜੀ, ਇਹਦੇ ਵਿੱਚ ਇਹ ਤਾਂ ਮੈਂ ਉੱਪਰ ਦੀ ਕਰਵਾਉਂਗਾ। ਠੀਕ ਹੈ, ਡਿਸਟੈਂਸ ਫਾਰਮੂਲਾ ਜਿਹੜੀ ਚੀਜ਼ ਤੁਹਾਨੂੰ ਪਤਾ ਹੀ ਲੱਗ ਗਈ, ਉਹਨੂੰ ਬਾਰ-ਬਾਰ ਰਿਪੀਟ ਕਰਨ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਜੀ। ਜੇ A ਤੇ B ਪੁਆਇੰਟਸ ਨੇ ਤਾਂ AB ਡਿਸਟੈਂਸ ਸੋਲਵ ਕਰਨਾ ਹੈ ਤਾਂ x2 - x1 ਦਾ ਸਕੁਆਇਰ y2 - y1। बस ये z नहीं ਹੁੰਦਾ ਜੀ 3 ਡਾਈਮੈਂਸ਼ਨਲ ਦੀ ਤਰ੍ਹਾਂ, ਤੇ ਇੱਥੇ ਦੋ ਹੀ ਐਕਸਿਸ ਹੁੰਦੇ ਆ x ਐਂਡ y, ਜਿਹੜੇ ਕਿ ਸਾਨੂੰ ਦੇਖਣੇ ਵੀ ਸੌਖੇ ਲੱਗਦੇ ਆ, ਵੈਸੇ ਹੀ ਸੌਖੇ ਆ ਜੀ ਆਪਣੇ ਕੋਲ। ਡਿਸਟੈਂਸ ਫਾਰਮੂਲੇ ਦੇ ਨਾਲ ਕੋਲੀਨੀਅਰ ਦੀ ਕੰਡੀਸ਼ਨ ਵੀ ਹੁੰਦੀ ਹੈ, ਪਰ ਕੋਲੀਨੀਅਰ ਦੀ ਕੰਡੀਸ਼ਨ ਅਸੀਂ ਸਲੋਪ ਵਾਲੀ ਯੂਜ਼ ਕਰਿਆ ਕਰਾਂਗੇ ਜ਼ਿਆਦਾ, ਕਿਉਂਕਿ ਉਹ ਸੌਖੀ ਕੰਡੀਸ਼ਨ ਹੈ। ਹਾਲੇ ਆਪਣੇ ਕੋਲ ਜੋ ਡਿਸਟੈਂਸ ਫਾਰਮੂਲਾ ਚੱਲ ਰਿਹਾ ਤਾਂ ਅਸੀਂ ਬੋਲਦੇ ਹਾਂ ਡਿਸਟੈਂਸ ਫਾਰਮੂਲੇ 'ਚ ਜੇ 3 ਪੁਆਇੰਟ ਤੁਸੀਂ ਕੋਲੀਨੀਅਰ ਸ਼ੋ ਕਰਨੇ ਨੇ ਤਾਂ ਤੁਸੀਂ ਕੀ ਕਰਿਆ ਕਰੋ, ਇੱਕ AB ਦਾ ਡਿਸਟੈਂਸ ਇੱਕ AC ਡਿਸਟੈਂਸ ਪੁਆਇੰਟ ਕਰ ਲਿਆ ਕਰੋ, ਇੱਕ ਕਾਮਨ ਪੁਆਇੰਟ ਰੱਖ ਕੇ। ਉਹਨਾਂ 'ਚ ਜੇ ਕੋਈ ਨਾ ਕੋਈ ਰਿਲੇਸ਼ਨ ਬਣ ਗਿਆ, ਜਿਵੇਂ ਆਪਾਂ ਉੱਥੇ ਗੱਲ ਕਰਦੇ ਸੀ, ਠੀਕ ਹੈ, ਜੇ ਕੋਈ ਰਿਲੇਸ਼ਨ ਬਣ ਗਿਆ ਤਾਂ ਆਪਾਂ ਕਹਿ ਦਾਂਗੇ ਕੋਲੀਨੀਅਰ ਨੇ, ABCR ਕੋਲੀਨੀਅਰ ਨੇ। ਦੂਸਰਾ ਆਈਸੋਸੇਲਿਸ ਟ੍ਰਾਇੰਗਲ 'ਚ ਤੁਹਾਨੂੰ ਪਤਾ ਹੀ ਹੈ 2 ਸਾਈਡਸ ਆਰ ਸੇਮ ਹੁੰਦੀਆਂ। ਇਹ ਸਾਰੇ ਰਿਜ਼ਲਟ ਲਿਖੇ ਹੈਗੇ ਨੇ ਤੇ ਤੁਹਾਨੂੰ ਆਉਂਦੇ ਵੀ ਨੇ। ਠੀਕ ਹੈ, ਇਕੁਇਲੇਟਰਲ ਦੇ ਵਿੱਚ ਤੁਹਾਨੂੰ ਪਤਾ ਹੈ 3 ਸਾਈਡਸ ਆਰ ਸੇਮ ਹੁੰਦੀਆਂ। ਠੀਕ ਹੈ, ਰਾਈਟ ਐਂਗਲ 'ਚ ਪਾਇਥਾਗੋਰਸ ਥਿਓਰਮ ਹੁੰਦੀ ਹੈ ਜੀ ਤੁਹਾਡੇ ਕੋਲ। ਠੀਕ ਹੈ, ਰਾਈਟ ਐਂਗਲ 'ਚ ਪਾਇਥਾਗੋਰਸ ਥਿਓਰਮ, ਹਾਈਪੋਟਨਿਊਜ਼ ਦਾ ਸਕੁਆਇਰ ਇਕੁਅਲ ਟੂ, ਠੀਕ ਹੈ, ਬੇਸ ਸਕੁਆਇਰ ਪਲੱਸ ਹਾਈਟ ਸਕੁਆਇਰ ਜੀ ਆਪਣੇ ਕੋਲ। ਬਸ ਥੋੜੀ ਜਿਹੀ ਪ੍ਰੋਬਲਮ ਕੀ ਆਉਂਦੀ ਹੈ, ਮੇਨਲੀ ਸਕੁਆਇਰ ਰੰਬਸ ਦੇ ਵਿੱਚ ਆਉਂਦੀ ਹੈ, ਜਿਵੇਂ ਰੈਕਟੈਂਗਲ ਪੈਰਲੋਗ੍ਰਾਮ ਦੇ ਵਿੱਚ ਆਉਂਦੀ ਹੈ ਜੀ। ਸਕੁਆਇਰ ਤੇ ਰੰਬਸ 'ਚ ਜ਼ਿਆਦਾਤਰ ਗੱਲਾਂ ਇੱਕੋ ਜਿਹੀਆਂ ਹੁੰਦੀਆਂ ਜੀ। ਆ ਜਿਵੇਂ ਸਕੁਆਇਰ ਹੈ ABCD, ਠੀਕ ਹੈ, ਪਹਿਲੀ ਗੱਲ ਤਾਂ ਸਕੁਆਇਰ ਤੇ ਰੰਬਸ 'ਚ ਚਾਰੇ ਸਾਈਡਾਂ ਸੇਮ ਹੁੰਦੀਆਂ ਜੀ। ਰੰਬਸ 'ਚ ਵੀ ਇਹੀ ਗੱਲ ਹੁੰਦੀ ਹੈ, ਕੋਈ ਡਿਫਰੈਂਸ ਨਹੀਂ ਹੁੰਦਾ। ਬਸ ਸਕੁਆਇਰ ਦੇ ਜਿਹੜੇ ਡਾਇਗਨਲ ਹੁੰਦੇ ਆ ਜੀ ਉਹਨਾਂ ਦੀ ਲੈਂਥ ਸੇਮ ਹੁੰਦੀ ਹੈ, AC = BD, ਇਹ ਸਕੁਆਇਰ ਬਣਦਾ। ਫਿਰ ਇਹੀ ਡਿਸਟਿੰਕਸ਼ਨ ਹੁੰਦੀ ਹੈ ਦੋਨਾਂ ਦੇ ਵਿੱਚ। ਜੇ ਡਾਇਗਨਲ ਦੀ ਲੈਂਥ ਸੇਮ ਨਾ ਹੁੰਦੀ ਤਾਂ ਇਹੀ ਰੰਬਸ ਬਣ ਜਾਂਦੀ। ਇਹੀ ਆਪਣੇ ਕੋਲ ਕੀ ਬਣ ਜਾਂਦੀ ਹੈ, ਰੰਬਸ ਬਣ ਜਾਂਦੀ ਹੈ। ਇਹੀ ਸੇਮ ਗੱਲਬਾਤ ਸਾਡੇ ਕੋਲ ਉਹਦੇ ਵਿੱਚ ਹੁੰਦੀ ਹੈ ਜਿਹੜੀ ਆਪਣੇ ਕੋਲ ਪੈਰਲੋਗ੍ਰਾਮ ਤੇ ਰੈਕਟੈਂਗਲ ਦੇ ਵਿੱਚ ਹੁੰਦੀ ਹੈ ਜੀ। ਪੈਰਲੋਗ੍ਰਾਮ ਦੇ ਵਿੱਚ ਆਪੋਜਿਟ ਸਾਈਡਸ ਸੇਮ ਹੁੰਦੀਆਂ, ਲੈਂਥ ਸੇਮ ਹੁੰਦੀ ਹੈ ਉਹਦੀ ABCD, ਬਾਕੀ AB = DC ਐਂਡ BC = AD। ਇਹ ਦੋਨਾਂ 'ਚ ਸੇਮ ਹੁੰਦੀ ਹੈ, ਪੈਰਲੋਗ੍ਰਾਮ 'ਚ ਵੀ ਸੇਮ ਹੁੰਦੀ ਹੈ, ਆਪਣੇ ਰੈਕਟੈਂਗਲ 'ਚ ਵੀ ਸੇਮ ਹੁੰਦੀ ਹੈ। ਜੇ ਤਾਂ ਡਾਇਗਨਲ ਦੀ ਲੈਂਥ ਸੇਮ ਹੋ ਗਈ AC = BD ਤਾਂ ਇਹ ਰੈਕਟੈਂਗਲ ਬਣ ਜੂਗੀ ਜੀ ਆਪਣੇ ਕੋਲ। ਜੇ ਸੇਮ ਨਾ ਹੋਈ ਤਾਂ ਇਹ ਪੈਰਲੋਗ੍ਰਾਮ ਬਣ ਜੂਗੀ। ਠੀਕ ਹੈ, ਮੇਨਲੀ ਚੀਜ਼ ਸਾਡੇ ਕੋਲ ਇਹ ਹੁੰਦੀ ਹੈ। ਪਰ ਪੈਰਲੋਗ੍ਰਾਮ ਲਈ ਮੈਂ ਤੁਹਾਨੂੰ 3D 'ਚ ਵੀ ਇੱਕ ਗੱਲ ਦੱਸਦਾ ਹੁੰਦਾ, ਵੈਕਟਰ 'ਚ ਵੀ। ਪੈਰਲੋਗ੍ਰਾਮ 'ਚ ਇੱਕ ਖਾਸ ਗੱਲ ਇਹ ਹੁੰਦੀ ਹੈ ਵੀ ਜਿਹੜੇ ਦੋਨੋਂ ਡਾਇਗਨਲ ਨੇ ਉਹ ਮਿਡ ਇੱਕ ਦੂਜੇ ਨੂੰ ਬਾਈਸੈਕਟ ਕਰਦੇ ਨੇ, ਮਿਡ ਪੁਆਇੰਟ ਤੇ ਹੁੰਦੇ ਨੇ ਦੋਨੋਂ ਡਾਇਗਨਲ। ਇਹ ਪੈਰਲੋਗ੍ਰਾਮ 'ਚ ਇੱਕ ਸਭ ਤੋਂ ਖਾਸ ਚੀਜ਼ ਹੁੰਦੀ ਹੈ ਜਿਹੜੀ ਅਸੀਂ ਯੂਜ਼ ਕਰਦੇ ਹਾਂ ਜ਼ਿਆਦਾ ਤੋਂ ਜ਼ਿਆਦਾ। ਠੀਕ ਹੈ ਜੀ, ਸਕਰੀਨਸ਼ਾਟ ਲੈਣਾ ਲੈ ਲਓ, ਪਰ ਇਹ ਸਾਰਾ ਕੁਛ ਅਸਾਈਨਮੈਂਟ ਦੇ ਵਿੱਚ ਹੈਗਾ ਜੀ, ਕੋਈ ਪ੍ਰੋਬਲਮ ਨਹੀਂ ਹੈ। ਇਹਦਾ ਆਮ ਗੱਲਾਂ ਵੀ ਨੇ ਕਹਿ ਸਕਦੇ ਹੋ, ਜੇ ਤੁਸੀਂ ਪੜ੍ਹਨੀ ਹੈ ਤਾਂ ਪੜ੍ਹ ਵੀ ਲਿਓ। ਸੈਕਸ਼ਨ ਫਾਰਮੂਲਾ ਸੇਮ ਹੈ ਜੀ ਜਿਹੜਾ ਅਸੀਂ 3D 'ਚ ਕੀਤਾ, ਬਸ ਉੱਥੇ 3 ਕੋਆਰਡੀਨੇਟ ਨਾਲ ਕੀਤਾ, ਇੱਥੇ 2 ਕੋਆਰਡੀਨੇਟ ਨਾਲ ਕੀਤਾ। ਲਿਖਣ ਦੀ ਮੇਰਾ ਖਿਆਲ ਜ਼ਰੂਰਤ ਹੈ ਨਹੀਂ, ਜੇ ਕਹੋ ਤਾਂ ਇੱਕ ਵਾਰ ਮੈਂ ਇੱਕ ਪੁਆਇੰਟ ਲਿਖ ਦੇਣਾ x1 y1 z1, ਕਿਉਂਕਿ ਰਿਪੀਟ ਹੀ ਹੋ ਰਿਹਾ ਹੈ ਸਾਰਾ ਕੁਛ x2 y2 z2। ਤਾਂ ਹੀ ਮੈਂ 2D ਹੁਣੇ ਸਟਾਰਟ ਕਰ ਲਈ, M1 M2 ਨਹੀਂ ਮੈਂ ਸੋਚਿਆ ਸੀ ਬਾਅਦ 'ਚ ਸਟਾਰਟ ਕਰਾਂਗੇ, ਇਸੇ ਕਰਕੇ ਕਰ ਲਈ ਵੀ ਕੁਛ ਕੁ ਕੰਮ ਤਾਂ ਸਾਡਾ ਇਹਦੇ ਨਾਲ ਹੀ ਤਾਂ ਨਹੀਂ ਆਉਂਦੀ ਸੀ। ਉਹੀ ਆਦਤ ਪੈ ਗਈ ਨਾ, ਇੱਕ ਵਾਰ ਇਹ 2 ਦਿਨਾਂ 'ਚ ਛੁੱਟੂਗੀ ਹੁਣ। ਠੀਕ ਹੈ, ਤਾਂ ਆਪਣੇ ਕੋਲ ਕੀ ਹੈ x y z, x y ਆ ਗਏ, x = ਪੁਆਇੰਟ ਹੋ ਗਿਆ M1 x2 ਪਲੱਸ M1, इधर मल्टीप्लाई किया M2 x1 अपॉन M1 प्लस M2 हो गई। y वाला पॉइंट हो गया ये अपने को M1 y2 प्लस M2 y1 अपॉन M1 प्लस M2। इंटरनली कट करता ये, जे एक्सटर्नली पॉइंट दिता हो दोनों च एक माइनस का लै लियो, चाहे M1 माइनस का लै लियो, चाहे M2 एक्सटर्नली कट करना कहता है। मिड पॉइंट फॉर्म ਲਈ ਤੁਸੀਂ ਜਾਣਦੇ ਹੋ।
ਹਾਂਜੀ 4 ਤਰ੍ਹਾਂ ਦੇ ਸੈਂਟਰ ਹੁੰਦੇ ਜੀ, ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਵੀ ਸੋਲਵ ਕਿਵੇਂ ਕਰਨੇ ਆ ਪੇਪਰ 'ਚ। ਮੇਨਲੀ ਚੀਜ਼ ਉਹ ਹੈ, ਤੁਹਾਨੂੰ ਪਤਾ ਤਾਂ ਹੈਗਾ ਉਹਨਾਂ ਬਾਰੇ। ਸੈਂਟਰੋਇਡ ਪਹਿਲਾ ਸੈਂਟਰ, ਜਿਹਦੇ ਬਾਰੇ ਅਸੀਂ ਸਾਰੇ ਹੀ ਜਾਣਦੇ ਆ। ਚਾਹੇ ਇਹਦੀ ਡੈਫੀਨੇਸ਼ਨ ਨਾ ਯਾਦ ਕਰੋ, ਪਰ ਇਹਦੇ ਪੁਆਇੰਟ ਜ਼ਰੂਰ ਯਾਦ ਕਰ ਲਓ। x1 + x2 + x3 upon 3, y1 + y2 + y3 upon 3। ਸਭ ਤੋਂ ਸੌਖਾ ਜੀ ਸੋਲਵ ਕਰਨਾ ਹੈ, ਸਭ ਤੋਂ ਸੌਖਾ ਸੈਂਟਰੋਇਡ ਸੋਲਵ ਕਰਨਾ ਹੈ। ਜੇ ਕਿਤੇ ਸੈਂਟਰੋਇਡ ਨਾਲ ਤੁਹਾਡਾ ਹੱਲ ਹੁੰਦਾ ਹੋਇਆ ਤਾਂ ਸੈਂਟਰੋਇਡ ਨਾਲ ਹੀ ਹੱਲ ਕਰ ਲਿਆ ਕਰੋ। ਸਭ ਤੋਂ ਈਜ਼ੀ ਹੈ ਜੀ ਇਹ ਸੈਂਟਰੋਇਡ ਸੋਲਵ ਕਰਨਾ। ਇਨ ਸੈਂਟਰ ਇਹ ਥੋੜਾ ਕੈਲਕੂਲੇਸ਼ਨ ਟਾਈਪ ਔਖਾ ਹੈ ਜੀ ਇਹ, ਠੀਕ ਹੈ, ਬਟ ਸੈਂਟਰੋਇਡ ਤੋਂ ਔਖਾ ਦੂਜਿਆਂ ਨਾਲੋਂ ਸੌਖਾ ਕਹਿ ਸਕਦੇ ਆ, ਠੀਕ ਹੈ। ਇਹ ਆਪਣੇ ਕੋਲ ਜਿਵੇਂ ਇਹ ਸੈਂਟਰੋਇਡ ਹੁੰਦਾ ਕੀ ਹੈ ਵੈਸੇ, ਐਂਗਲ ਬਾਈਸੈਕਟਰ ਕਹਿੰਦੇ ਜੀ। ਜਿਹੜੇ ਐਂਗਲ ਆਪਣੇ ਕੋਲ ਹੈਗੇ ਆ ਉਹਨਾਂ ਦੇ ਬਾਈਸੈਕਟਰ ਜਿੱਥੇ ਮੀਟ ਕਰਨਗੇ ਉਹਨੂੰ ਆਪਾਂ ਇਨ ਸੈਂਟਰ ਬੋਲਦੇ ਆ। ਆਈ ਦੇ ਨਾਲ ਅਸੀਂ ਇਹਨੂੰ ਡਿਨੋਟ ਕਰਦੇ ਹਾਂ। ax1 y1, bx2 y2, cx3 y3। ਇਹ ਸਭ ਤੋਂ ਪਹਿਲਾਂ ਇਹਨਾਂ ਦੀ ਲੈਂਥ ਫਾਈਂਡ ਕਰਦੇ ਆ। A ਦੇ ਸਾਹਮਣੇ ਵਾਲੀ ਸਾਈਡ ਨੂੰ A ਕਹਿੰਦੇ ਆ, B ਦੇ ਸਾਹਮਣੇ ਵਾਲੀ ਸਾਈਡ ਨੂੰ B, C ਦੇ ਸਾਹਮਣੇ ਵਾਲੀ ਸਾਈਡ ਦੀ ਲੈਂਥ ਨੂੰ C ਕਹਿੰਦੇ ਜੀ। ਤਾਂ ਇਹਦਾ ਜਿਹੜਾ ਪੁਆਇੰਟ ਹੈ ਇਹ ਸੋਲਵ ਕਰਦਾ, ਸਾਹਮਣੇ ਵਾਲੀ ਸਾਈਡ ਦੀ ਲੈਂਥ ਨਾਲ ਮਲਟੀਪਲਾਈ ਕਰਨਾ ਹੁੰਦਾ ਜੀ। ax1 bx2 cx3 ਐਵੇਂ ਮਲਟੀਪਲਾਈ ਕਰਨਾ ਹੈ ਪੁਆਇੰਟ ਨੂੰ, ਫਿਰ ਨੀਚੇ ਤਿੰਨਾਂ ਦਾ ਸਮ ਲੈਂਥ ਦਾ a + b + c। ਤਾਂ ਇਸ ਤਰ੍ਹਾਂ a y1 by2 cy3 upon a + b + c। ਇਸ ਇਨ ਸੈਂਟਰ ਫਾਈਂਡ ਕਰਦਾ ਫਾਰਮੂਲਾ ਹੈ। ਥੋੜਾ ਲੈਂਥੀ ਹੈ ਬਟ ਅਸੀਂ ਕਰ ਲਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ ਸੈਟਲਮੈਂਟ। ਇੱਕ ਪੁਆਇੰਟ ਸੋਲਵ ਕਰਨਾ ਤੇ ਦੂਜਾ ਆਪਣੇ ਆਪ ਹੋ ਜਾਂਦਾ ਜੀ ਆਪਣਾ ਸੈਟਿੰਗ ਦੇ ਨਾਲ। ਤੀਸਰੇ ਜਿਹੜੇ 2 ਪੁਆਇੰਟ ਉਹ ਥੋੜੇ ਖਤਰਨਾਕ ਹੁੰਦੇ ਸਾਡੇ ਸੋਲਵ ਕਰਨੇ, ਉਹਨਾਂ ਬਾਰੇ ਵੈਸੇ ਤੁਹਾਨੂੰ ਡੈਫੀਨੇਸ਼ਨ ਦਾ ਮੇਰੇ ਖਿਆਲ ਤੁਹਾਨੂੰ ਪਤਾ ਹੋਊਗੀ। ਸਰਕਮ ਸੈਂਟਰ ਹੁੰਦਾ ਪਰਪੈਂਡੀਕੂਲਰ ਬਾਈਸੈਕਟਰ ਜੀ। ਦੇਖੋ ਇਹ ਮਿਡ ਪੁਆਇੰਟ ਹੈ ਜੀ ਆਪਣੇ ਕੋਲ, ਇਹਦਾ ਮੰਨ ਲਓ D A B C। ਇਹਦਾ ਮਿਡ ਪੁਆਇੰਟ ਇੱਥੇ ਹੀ, ਨਾਲੇ ਪਰਪੈਂਡੀਕੂਲਰ ਹੈ ਨਾਲੇ ਮਿਡ ਪੁਆਇੰਟ ਹੈ ਸਾਈਡ ਦਾ। ਜਿਹੜਾ ਇਹਨੂੰ ਕਹਿੰਦੇ ਇਹਨੂੰ ਬੋਲਦੇ ਆ ਸਰਕਮ ਸੈਂਟਰ। ਇਹਨੂੰ ਕੋਈ ਵੀ ਨਾਮ ਦੇ ਦਿਓ, ਉਹ ਦੇ ਦੇਣੇ ਚਲੋ ਸਰਕਮ ਸੈਂਟਰ। ਉਹ ਸਰਕਮ ਸੈਂਟਰ ਹੈ। ਹੁਣ ਸਰਕਮ ਸੈਂਟਰ ਦਾ ਮੀਨਿੰਗ ਤਾਂ ਤੁਸੀਂ ਸਮਝ ਗਏ ਹੋ, ਜਿਹੜਾ ਆਪਣੇ ਕੋਲ ਕੀ ਹੈ ਇਹਦੇ ਤਿੰਨੋਂ ਵਰਟੈਕਸ ਚੋਂ ਪਾਸ ਕਰੇ ਸਰਕਲ, ਉਹਨੂੰ ਸਰਕਮ ਸੈਂਟਰ ਬੋਲਦੇ ਆ ਆਪਣੇ ਕੋਲ। ਉਹਦੇ ਸੈਂਟਰ ਨੂੰ ਸਰਕਮ ਸੈਂਟਰ ਬੋਲਦੇ। ਦੇਖੋ ਜੇ ਤਾਂ ਪੂਰੇ ਟ੍ਰੈਡੀਸ਼ਨਲ ਮੈਥਡ ਨਾਲ ਸੋਲਵ ਕਰਨ ਲੱਗ ਗਏ ਫਿਰ ਤਾਂ ਬਹੁਤ ਟਾਈਮ ਲੱਗ ਜੂਗਾ ਇਸ ਸਾਨੂੰ। ਕਿਉਂ? ਕਿਉਂਕਿ ਆਪਣੇ ਕੋਲ ਪਹਿਲਾਂ ਆਪਣੇ ਕੋਲ ਆ D ਪੁਆਇੰਟ ਤੇ ਆਪਣੇ ਕੋਲ ਆ ਪਰਪੈਂਡੀਕੂਲਰ ਦੀ ਇਕੁਏਸ਼ਨ ਕੱਢਣੀ ਪਊਗੀ ਘੱਟੋ ਘੱਟ 2 ਦੀ, ਫਿਰ ਉਹਨਾਂ ਦਾ ਇੰਟਰਸੈਕਸ਼ਨ ਪੁਆਇੰਟ ਕੱਢਣਾ ਹੋਊਗਾ। ਅਸੀਂ ਇਹਨੂੰ ਆਪਸ਼ਨਸ ਤੋਂ ਕਰਾਂਗੇ। ਆਪਸ਼ਨਸ ਤੋਂ ਕਿਵੇਂ ਕਰਾਂਗੇ? ਸਾਨੂੰ ਆਪਸ਼ਨ ਦਿੱਤੀ ਹੋਗੀ, ਮੰਨ ਲਓ ਆ ਆਪਸ਼ਨ ਦੇਤੀ HK ਦੇਤੀ, ਸਿੰਪਲ ਜੀ ਗੱਲ। ਆਪਣੇ ਕੋਲ ਇਹ ਆਪਸ਼ਨ ਦੇਤੀ, ਅਸੀਂ ਉਹਨੂੰ ਸਹੀ ਮੰਨ ਲਿਆ ਵੀ ਉਹ ਸਹੀ ਆਪਸ਼ਨ ਹੈ ਸਾਡੀ, ਠੀਕ ਹੈ ਜੀ। ਅਸੀਂ ਉਹਨੂੰ ਸਹੀ ਮੰਨ ਲਿਆ ਵੀ ਇਹ ਸਾਡੀ ਆਪਸ਼ਨ ਸਹੀ ਹੈ, ਵੀ ਇਹ ਸਰਕਮ ਸੈਂਟਰ ਸਹੀ ਹੈ ਇਹ ਆਪਸ਼ਨ ਵਾਲਾ। ਅਸੀਂ ਕੀ ਕਰਾਂਗੇ, O ਤੋਂ A ਤੱਕ ਦਾ ਡਿਸਟੈਂਸ ਸੋਲਵ ਕਰਾਂਗੇ ਜਿਹੜਾ ਕਿ ਰੇਡੀਅਸ ਦੇ ਬਰਾਬਰ ਹੋਊਗਾ। ਅਸੀਂ O ਤੋਂ B ਤੱਕ ਦਾ ਡਿਸਟੈਂਸ ਫਾਈਂਡ ਕਰਾਂਗੇ, ਉਸ ਪੁਆਇੰਟ ਤੋਂ ਅਸੀਂ O ਤੋਂ C ਤੱਕ ਦਾ ਜਿਹੜਾ ਕਿ ਰੇਡੀਅਸ ਦੇ ਬਰਾਬਰ ਹੋਊਗਾ। ਜੇ ਤਿੰਨੇ ਡਿਸਟੈਂਸ ਸੇਮ ਆ ਜਾਂਦੇ ਤਾਂ ਅਸੀਂ ਉਹਨੂੰ ਕਹਿ ਦਾਂਗੇ ਸਹੀ ਆਪਸ਼ਨ ਹੈ। ਜੇ ਨਹੀਂ ਆਏ, ਪਹਿਲੇ ਹੀ ਨਾ ਆਇਆ, ਤਾਂ ਫਿਰ B ਨੂੰ ਸਹੀ ਮੰਨ ਲਾਂਗੇ, ਫਿਰ C ਆਪਸ਼ਨ ਨੂੰ ਸਹੀ ਮੰਨ ਲਾਂਗੇ। ਇਸ ਤਰੀਕੇ ਨਾਲ ਅਸੀਂ ਆਪਸ਼ਨਸ ਤੋਂ ਕੰਮ ਲਵਾਂਗੇ ਆਪਣੇ, ਠੀਕ ਹੈ। ਜੇ ਅਸੀਂ ਇਹਦੇ ਸਟੈਂਡਰਡ ਮੈਥਡ ਨਾਲ ਕਰਨ ਲੱਗ ਗਏ ਫਿਰ ਤਾਂ ਸਾਨੂੰ ਬਹੁਤ ਟਾਈਮ ਲੱਗ ਜੂਗਾ, ਫਿਰ ਨਹੀਂ ਅਸੀਂ ਇਸ ਨੂੰ ਪੂਰਾ ਕਰ ਸਕਾਂਗੇ, ਠੀਕ ਹੈ ਜੀ। ਤਾਂ ਉਸ ਦੇ ਨਾਲ ਪੰਗੇ ਨਾ ਲਵਾਂਗੇ। ਇੱਕ ਹੁੰਦਾ ਹੀ ਲਾਸਟ ਤੇ ਔਰਥੋ ਸੈਂਟਰ, ਇੱਕ ਹੁੰਦਾ ਲਾਸਟ ਤੇ ਔਰਥੋ ਸੈਂਟਰ। ਔਰਥੋ ਸੈਂਟਰ ਚ ਹੁੰਦੇ ਜਿਹੜੇ ਐਲਟੀਚਿਊਡਸ ਨੇ, ਮਤਲਬ ਉੱਪਰੋਂ ਪਰਪੈਂਡੀਕੂਲਰ ਡਰਾ ਕੀਤੇ ਜਾਂਦੇ ਨੇ। ਮੈਂ ਕਿ ਇੱਥੋਂ ਉੱਪਰੋਂ ਪਰਪੈਂਡੀਕੂਲਰ ਡਰਾ ਕਰਤਾ ਜੀ, ਇੱਥੇ ਉੱਪਰ ਇੱਥੇ ਪਰਪੈਂਡੀਕੂਲਰ ਡਰਾ ਕਰਤਾ, ਇੱਥੋਂ ਉੱਪਰ ਪਰਪੈਂਡੀਕੂਲਰ, ਮੈਂ ਕਿ ਵਰਟੈਕਸ ਇਹਨੂੰ ਐਲਟੀਚਿਊਡ ਬੋਲ ਦਿੰਦੇ ਮੇਨਲੀ, ਠੀਕ ਹੈ। ਜਿਹੜਾ ਇੱਥੇ ਹੈ ਇਹ ਜ਼ਰੂਰੀ ਨਹੀਂ ਹੈਗਾ ਸੀ, ਇਹ ਤਾਂ ਮੈਂ ਮਿਲਾਇਆ ਜੀ O ਨੂੰ A ਨਾਲ, ਵੈਸੇ ਜ਼ਰੂਰੀ ਨਹੀਂ ਹੈਗਾ ਵੀ O ਆ ਜਿਹੜਾ ਸਿੱਧਾ ਜੇ ਆਪਾਂ ਪਰਪੈਂਡੀਕੂਲਰ ਡਰਾ ਕਰੀਏ A ਚੋਂ ਪਾਸ ਕਰੂਗਾ। ਇਹ ਜਿਹੜਾ ਉੱਪਰ ਵਾਲੇ ਚ ਸਰਕਮ ਸੈਂਟਰ ਚ
ਔਰਥੋ ਸੈਂਟਰ ਚ ਆਉਂਦਾ ਹੀ ਉੱਪਰੋਂ ਆਈ ਪਰਪੈਂਡੀਕੂਲਰ, ਇਹਨੂੰ ਐਚ ਦੇ ਨਾਲ ਡਿਨੋਟ ਕਰਦੇ ਔਰਥੋ ਸੈਂਟਰ। ਇਹ ਵੀ ਥੋੜਾ ਖਤਰਨਾਕ ਹੈ ਸੋਲਵ ਕਰਨਾ, ਠੀਕ ਹੈ। ਉਹਦੇ ਲਈ ਅਸੀਂ ਕੀ ਕਰਦੇ ਹਾਂ, ਸਾਡੇ ਕੋਲ ਇੱਕੋ ਹੀ ਮੈਥਡ ਹੈ ਜੀ ਉਹਦੇ ਲਈ ਮੇਨਲੀ, ਅਸੀਂ ਇਹ ਵੀ ਆਪਸ਼ਨ ਤੋਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਆਪਸ਼ਨ ਤੋਂ ਕਿਵੇਂ ਕਰਦੇ ਹਾਂ, ਆਪਾਂ ਨੂੰ ਐਚ ਪੁਆਇੰਟ ਦਿੱਤਾ ਹੋਊਗਾ, ਮੰਨ ਲਓ ਐਚ ਕੀ, ਠੀਕ ਹੈ, ਇਹ ਪੁਆਇੰਟ ਦਿੱਤਾ ਹੋਊਗਾ ਸਾਡੇ ਕੋਲ, ਤਾਂ ਅਸੀਂ ਕਿਵੇਂ ਐਚ ਕੇ ਦੇ ਨਾਲ ਏ ਐਚ ਦੀ ਜਿਹੜੀ ਏ ਐਚ ਦੀ ਸਲੋਪ ਫਾਈਂਡ ਕਰ ਲਾਂਗੇ। ਸਲੋਪ ਆਫ ਏ ਐਚ ਵਾਲੇ ਆਪਾਂ ਸਲੋਪ ਦੀ ਗੱਲ ਕਰਨੀ ਆ ਨਾ, ਜੇ ਥੋੜੀ ਜਿੰਨੀ ਕੁ ਨੌਲੇਜ ਹੈ ਮੈਂ ਤੁਹਾਨੂੰ ਉਸ ਦੇ ਅਕੋਰਡਿੰਗ ਬੋਲਦਾ। ਸਲੋਪ ਫਾਈਂਡ ਕਰ ਲਾਂਗੇ, ਸਲੋਪ ਆਫ ਏ ਐਚ ਦੇ ਅਸੀਂ ਸਲੋਪ ਫਾਈਂਡ ਕਰ ਲਾਂਗੇ। ਅਸੀਂ ਇਸੇ ਤਰੀਕੇ ਨਾਲ ਬੀ ਐਚ ਦੀ ਸਲੋਪ ਫਾਈਂਡ ਕਰ ਲਾਂਗੇ। ਇਹਦੇ ਨਾਲ ਇਹ ਪਰਪੈਂਡੀਕੂਲਰ ਦੀ ਕੰਡੀਸ਼ਨ ਸਾਡੇ ਕੋਲ ਦੇਖੋ ਏ ਐਚ ਕੀ, ਸੌਰੀ ਏ ਐਚ ਕਿਹਦੇ ਨਾਲ ਪਰਪੈਂਡੀਕੂਲਰ ਹੈ ਜੀ, ਆਪਣੇ ਕੋਲ ਬੀ ਸੀ ਦੇ ਹੈ ਜੀ, ਤਾਂ ਸਲੋਪ ਆਫ ਬੀ ਸੀ ਫਾਈਂਡ ਕਰਾਂਗੇ ਆਪਾਂ। ਦੋਨੇ ਹੀ ਸਲੋਪ ਦਾ ਜਿਹੜਾ ਪ੍ਰੋਡਕਟ ਉਹ -1 ਦੇ ਬਰਾਬਰ ਜੇ ਆ ਗਿਆ ਤਾਂ ਸਾਡਾ ਪੁਆਇੰਟ ਸਹੀ ਹੈ ਜੀ, ਐਚ ਜਿਹੜਾ ਪੁਆਇੰਟ ਅਸੀਂ ਲੈਟ ਕੀਤਾ, ਕਿਉਂਕਿ ਪਰਪੈਂਡੀਕੂਲਰ ਦੀ ਕੰਡੀਸ਼ਨ ਅਸੀਂ ਵੈਰੀਫਾਈ ਕੀਤੀ ਹੈ ਇਹਦੇ ਵਿੱਚ, ਠੀਕ ਹੈ। ਸਲੋਪ ਆਫ ਏ ਐਚ, ਸਲੋਪ ਦੀ ਆਪਾਂ ਗੱਲ ਬਸ ਇਸ ਤੋਂ ਬਾਅਦ ਕਰਦੇ ਹਾਂ। ਸਲੋਪ ਆਫ ਬੀ ਸੀ ਜੇ ਸਾਡੇ ਕੋਲ ਸਹੀ ਸੇਮ ਪ੍ਰੋਡਕਟ ਕਰਕੇ -1 ਆ ਗਿਆ ਤਾਂ ਸਾਡਾ ਇਹ ਸ਼ੋ ਹੋ ਜਾਊਗਾ ਵੀ AD ਇਜ਼ ਪਰਪੈਂਡੀਕੂਲਰ ਟੂ BC, ਠੀਕ ਹੈ। ਤਾਂ ਜੇ ਪਰਪੈਂਡੀਕੂਲਰ ਐਲਟੀਚਿਊਡ ਹੈਗਾ ਤਾਂ ਸਹੀ ਹੈ, ਐਚ ਚੋਂ ਪਾਸ ਕਰ ਰਿਹਾ ਉਹ, ਤਾਂ ਅਸੀਂ ਉਹ ਆਪਸ਼ਨ ਨੂੰ ਅਸੀਂ ਸਹੀ ਕਹਿ ਦਾਂਗੇ ਵੀ ਇਹ ਔਰਥੋ ਸੈਂਟਰ ਹੈ। ਇਹ ਵੀ ਆਪਸ਼ਨ ਤੋਂ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜਿਹੜੇ ਐਕਟ ਮੈਥਡ ਉਹ ਥੋੜੇ ਜਿਹੇ ਲੈਂਥੀ ਨੇ, ਉਹਦੇ ਨਾਲ ਪੰਗੇ ਨਾ ਲਈਏ ਤਾਂ ਬੈਟਰ ਹੈ ਆਪਣੇ ਕੋਲ, ਠੀਕ ਹੈ। ਇੱਕ ਹੈਗਾ ਏਰੀਆ ਆਫ ਟ੍ਰਾਇੰਗਲ, ਉਹਦਾ ਤੁਹਾਨੂੰ ਡਿਟਰਮੀਨੈਂਟ ਵਾਲਾ ਮੈਥਡ ਆਉਂਦਾ, ਉਹੀ ਕਰ ਲਿਓ ਜੀ, ਉਹੀ ਵਧੀਆ। ਏਰੀਆ ਆਫ ਟ੍ਰਾਇੰਗਲ ਦਾ ਉਹੀ ਸੌਖਾ ਲੱਗਦਾ ਹੁੰਦਾ, ਪ੍ਰੈਕਟਿਸ ਵੀ ਹੋ ਗਈ ਤੁਹਾਨੂੰ ਡਿਟਰਮੀਨੈਂਟ ਵਾਲੀ ਮੈਥਡ 'ਚ। x1 x2 y1 x2 y2 x3 y3 1 1 ਅਸੀਂ ਲਗਾ ਦੇਵਾਂਗੇ, ਨਾਲ ਹਾਫ ਨਾਲ ਮਲਟੀਪਲਾਈ ਕਰ ਦਾਂਗੇ। ਦਿਸ ਇਜ਼ ਦਾ ਏਰੀਆ ਆਫ ਟ੍ਰਾਇੰਗਲ। ਜੇ ਏਰੀਆ ਆਫ ਟ੍ਰਾਇੰਗਲ 0 ਹੋ ਗਿਆ ਗਲਤੀ ਨਾਲ ਤਾਂ ਉਹ ਕੋਲੀਨੀਅਰ ਦੀ ਕੰਡੀਸ਼ਨ ਹੁੰਦੀ ਹੈ, ਪਰ ਅਸੀਂ ਆਪ ਨਹੀਂ ਯੂਜ਼ ਕਰਾਂਗੇ ਇਸ ਕੰਡੀਸ਼ਨ ਨੂੰ, ਕਿਉਂਕਿ ਮੈਂ ਤੁਹਾਨੂੰ ਆਖਿਆ ਆਪਾਂ ਸਲੋਪ ਫਾਰਮ ਵਾਲੀ ਕੰਡੀਸ਼ਨ ਨੂੰ ਯੂਜ਼ ਕਰਿਆ ਕਰਾਂਗੇ, ਠੀਕ ਹੈ। ਸਕਰੀਨਸ਼ਾਟ ਲੈ ਲਓ ਜੀ ਅਸੀਂ। ਹਾਂਜੀ, ਕਿ ਟ੍ਰਾਂਸਲੇਸ਼ਨ ਸਿਸਟਮ ਹੁੰਦਾ ਜੀ ਸਾਡੇ ਕੋਲ। ਟ੍ਰਾਂਸਲੇਸ਼ਨ ਸਿਸਟਮ ਦਾ ਮਤਲਬ ਕੀ ਹੈ ਜੀ, ਥੋੜਾ ਦੱਸੂਗਾ ਜੀ, ਬਾਹਲਾ ਲੰਬਾ ਚੌੜਾ ਨਹੀਂ ਆਪਾਂ ਕੰਮ ਕਰਦੇ ਤੇ, ਕਿਉਂਕਿ ਜ਼ਰੂਰਤ ਹੀ ਨਹੀਂ ਪੈਂਦੀ ਸਾਨੂੰ ਇੰਨਾ ਲੰਬਾ ਚੌੜਾ ਕੰਮ ਕਰਨ ਦੀ। ਆਹ ਸਾਡਾ ਸਟੈਂਡਰਡ ਟ੍ਰਾਂਸਲੇਸ਼ਨ ਸਿਸਟਮ ਹੈ ਜੀ। ਮੰਨ ਲਓ ਇਹ O ਹੈ ਜੀ, ਇਹ ਐਕਸ ਐਕਸ ਹੈ ਸਾਡਾ ਓਰੀਜਨਲ ਸਿਸਟਮ, ਇਹ O ਡੈਸ਼ ਹੈ, ਇਹ ਐਕਸ ਡੈਸ਼ ਹੈ, ਇਹ ਵਾਈ ਡੈਸ਼, ਨਵਾਂ ਸਿਸਟਮ ਹੈ ਐਕਸ ਡੈਸ਼ ਵਾਈ ਡੈਸ਼। ਮੈਂ ਕਿਹਾ ਅਸੀਂ ਕੀ ਕੀਤਾ, ਓਰੀਜਨ ਨੂੰ ਸ਼ਿਫਟ ਕਰਤਾ ਉਹਦੇ ਪੈਰਲਲੀ, ਐਕਸ ਐਕਸਿਸ ਤੇ ਵਾਈ ਐਕਸਿਸ ਦੇ ਪੈਰਲਲੀ O ਡੈਸ਼ ਤੇ ਸ਼ਿਫਟ ਕਰਤਾ ਐਟ ਦਾ ਪੁਆਇੰਟ H, K ਤੇ। H, K ਦਾ ਮਤਲਬ ਕੀ ਹੈ ਸਾਡੇ ਕੋਲ, ਵੀ ਜਿਹੜਾ ਆਹ ਡਿਸਟੈਂਸ ਹੈ ਇਹ K ਹੈ ਤੇ ਆਹ ਡਿਸਟੈਂਸ ਹੈ H ਹੈ, ਤਾਂ ਆਪਣੇ ਕੋਲ ਇਹ K ਹੋ ਗਿਆ, ਇਹ H ਹੋ ਗਿਆ, ਇਹਦਾ ਪੁਆਇੰਟ ਆਪਾਂ M ਲਗਾ, ਠੀਕ ਹੈ। ਜੇ ਆਪਣੇ ਕੋਲ ਕੋਈ ਪੁਆਇੰਟ ਸੀ ਇੱਥੇ P, ਪੁਰਾਣੇ ਸਿਸਟਮ ਦੇ ਅਕੋਰਡਿੰਗ XY ਸੀ ਉਹ ਪੁਆਇੰਟ, ਨਵੇਂ ਸਿਸਟਮ ਦੇ ਅਕੋਰਡਿੰਗ X ਡੈਸ਼ Y ਡੈਸ਼, ਠੀਕ ਹੈ, ਮੰਨ ਲਓ ਹੋ ਗਈ। ਤਾਂ ਬਸ ਇੱਥੇ ਟ੍ਰਾਂਸਲੇਸ਼ਨ ਸਿਸਟਮ 'ਚ ਇਹ ਦੇਖਣਾ ਹੁੰਦਾ ਸੀ ਵੀ ਨਿਊ ਪੁਆਇੰਟ ਕਿਹੇ ਜਾਏ ਜਾਂ 올ਡ ਪੁਆਇੰਟ, ਇੱਕ ਚੀਜ਼ ਪੁੱਛ ਲਾਂਦਾ ਜੀ, ਉਹ ਰਿਲੇਸ਼ਨ ਜਿਹੜਾ ਹੁੰਦਾ x = x ਡੈਸ਼ ਪਲੱਸ h, y = y ਡੈਸ਼ ਪਲੱਸ k, ਇਹ ਆਪਣੇ ਕੋਲ XY 올ਡ ਪੁਆਇੰਟਸ ਨੇ, ਪੁਰਾਣੇ ਸਿਸਟਮ ਦੇ ਅਕੋਰਡਿੰਗ ਨੇ, x ਡੈਸ਼ y ਡੈਸ਼ ਨਿਊ ਪੁਆਇੰਟ, HK ਜਿੱਥੇ ਓਰੀਜਨ ਨੂੰ ਸ਼ਿਫਟ ਕੀਤਾ ਗਿਆ ਕਿਸੇ ਵੀ ਪੁਆਇੰਟ ਦੇ 2 3 ਤੇ 1 2 ਤੇ ਕਿਤੇ ਵੀ ਸ਼ਿਫਟ ਕੀਤਾ ਗਿਆ ਤਾਂ ਉਹ HK ਹੋਣਗੇ। ਤਾਂ ਆਪਣੇ ਕੋਲ ਕਈ ਵਾਰ ਉਹ 올ਡ ਪੁਆਇੰਟ ਦੇ ਕੇ HK ਦੇ ਕੇ ਨਿਊ ਪੁਆਇੰਟ ਪੁੱਛ ਸਕਦਾ ਹੈ, ਨਿਊ ਪੁਆਇੰਟ ਦੇ ਕੇ HK ਦੇ ਕੇ 올ਡ ਪੁਆਇੰਟ ਪੁੱਛ ਸਕਦਾ ਹੈ, ਜਾਂ ਦੋਨੋਂ 올ਡ ਨਿਊ ਪੁੱਛ ਕੇ HK ਵੀ ਪੁੱਛ ਸਕਦਾ ਹੈ। ਤੇ ਇਸ ਤਰ੍ਹਾਂ ਦੇ 3 ਕੁਐਸਚਨ ਸਾਡੇ ਤਿਆਰ ਹੋ ਜਾਂਦੇ ਜੀ ਇਸ ਦੇ ਵਿੱਚ ਆਪਣੇ ਕੋਲ। ਸਰ ਇਹ ਗਲਤ ਨਹੀਂ ਲਿਖੀ ਜੀ, x + h ਨਹੀਂ ਲਿਖਣਾ ਸੀ, x ਡੈਸ਼ ਪਲੱਸ h, ਸਰ ਨਿਊ ਸੀ ਜਿਹੜੇ ਆਪਣੇ x ਡੈਸ਼ ਨਹੀਂ ਸੀਗੇ।
न्यू एक्स डैश है, हाँ जी न्यू एक्स डैश सर ਉਹਦੇ ਵਿੱਚ ਐਡ ਕਰਕੇ ਆਪਾਂ ਨਾਮ ਬਣਾਇਆ ਕੁਛ। हाँ जी नवा नहीं पुराना बनूंगा ही, ऐड करके नवा थोड़ा बनूंगा ही। देखो जी ਠੀਕ ਹੈ sir। ਤੁਸੀਂ ਪਹਿਲਾਂ ਇੱਥੇ ਸੀ, ਆਪਾਂ ਉਰੋਂ ਬਣਾ ਲੈਣੇ ਲੋ, ਪੂਰਾ ਆਰਟੀਕਲ ਵੀ ਕਰ ਦੇਣੇ। ਆ ਦੇਖੋ ਆ ਕੀ ਸੀ x, ਆ ਕਿੰਨਾ ਹੈ x ਡੈਸ਼, ਠੀਕ ਹੈ ਇਹਨੂੰ n ਦੇ ਦਈਏ, ਇਹਨੂੰ l ਦੇ ਦੇਣੇ, ਪੁਆਇੰਟ ਹੀ ਦੇਣਾ ਆਪਾਂ ਦਾ। OL ਆਈ ਸਾਡਾ x ਜਿਹੜਾ ਤੁਸੀਂ ਕਹਿ ਰਹੇ ਹੋ OL, OL ਨੂੰ ਮੈਂ ਤੋੜ ਕੇ ਲਿਖਤਾ OM plus ML, OM ਦੀ ਵੈਲਿਊ h ਆਈ, ML ਦੀ ਵੈਲਿਊ x ਡੈਸ਼ ਆਈ। ਦੇਖੋ ਸਹੀ ਬਣ ਗਿਆ, ਹੁਣ ਚੈੱਕ ਕਰੋ। ਠੀਕ ਹੈ ਸਰ। हाँ जी हुण असीं करते हैं पॉइंट्स दियां लाइन्स दियां फॉर्म्स। थोड़ा थोड़े को असाइनमेंट है किसी को? हाँ जी सर है। दस्सियो इस तो बाद केड़ा टॉपिक शुरू होना सी? सर स्ट्रेट लाइन ही हो रहा है। स्ट्रेट लाइन मींस अच्छा ठीक है। हाँ जी स्ट्रेट लाइन ते आने ही आपां बिल्कुल सेम ही है सारा कुछ। स्ट्रेट लाइन ਅਸੀਂ ਲਾਈਨ ਬਣਾਉਣੀ ਸਿੱਖਾਂਗੇ 6 ਤਰੀਕਿਆਂ ਨਾਲ, ਪਰ ਸਾਨੂੰ ਫਾਇਦਾ ਕੋਈ ਨਹੀਂ ਹੈਗਾ ਕਿਉਂ? ਕਿਉਂਕਿ ਅਸੀਂ ਜਿਹੜਾ ਥਿਊਰੀ ਪੜ੍ਹ ਰਹੇ ਹਾਂ ਜੀ, ਅਸ ਤਾਂ ਆਪਾਂ ਉਹ ਕਰ ਰਹੇ ਹਾਂ ਮਲਟੀਪਲ ਕੁਐਸਚਨਸ ਕਰ ਰਹੇ ਹਾਂ, ਉਹ 'ਚ 6 ਤਰ੍ਹਾਂ ਦੀਆਂ ਹੋਣ 10 ਤਰ੍ਹਾਂ ਦੀਆਂ ਹੋਣ, ਸਾਨੂੰ ਉਹਦੇ 'ਚ ਕੋਈ ਲੈਣਾ ਨਹੀਂ, ਇਸ ਤਾਂ ਆਪਦੀ ਮਰਜ਼ੀ ਨਾਲ ਬਣਾਉਣ ਵਾਲੇ ਆ। ਬਸ ਥੋੜਾ ਸਮਝ ਲਈਏ ਗੱਲਾਂ ਨੂੰ। ਉਹ ਸਮਝ ਕੀ ਹੈ ਜੀ ਆਪਣੇ ਕੋਲ ਪੈਰਲਲ ਟੂ ਐਕਸ ਐਕਸਿਸ, ਪੈਰਲਲ ਟੂ ਵਾਈ ਐਕਸਿਸ ਦਾ ਮੀਨਿੰਗ ਕੀ ਹੁੰਦਾ ਆਪਣੇ ਕੋਲ, ਬਸ ਉਹ ਗੱਲਾਂ ਸਮਝ ਲਈ, ਗੱਲਾਂ ਹੋਰ ਕੋਈ ਸਮਝਣ ਦੀ ਆਪਾਂ ਨੂੰ ਖਾਸ ਲੋੜ ਨਹੀਂ। देखो जे कोई पैरेलल टू वाई एक्सिस लाइन है में किते भी हो सकती है, पैरेलल टू लेफ्ट साइड ते राइट साइड ते किते भी हो सकती है पैरेलल टू वाई एक्सिस, तो x इक्वल टू ए, x इक्वल टू की करोगे तुसी a, ये पैरेलल टू वाई एक्सिस लाइन को रिप्रेजेंट करती है। पैरेलल टू x एक्सिस ਨੂੰ कौन रिप्रेजेंट करूगी? इसे तरीके दे नाल y इक्वल टू समथिंग b कर लो, ठीक है। तो अपने को जो लाइन की इक्वेशन बनानी भी है तो वो इस तरह की बनूगी, पैरेलल टू नीचे ऊपर किते ही बनानी है अपने को पैरेलल टू वाई एक्स एक्सिस, तो दैट इज y इक्वल टू b। तो अपने को की होगी वो y इक्वल टू b होगी, x इक्वल टू a पैरेलल टू वाई एक्सिस। ये है सब तो पहली चीज। हुण साडे कोल की है x एक्सिस की इक्वेशन की होंदी है पता ही सारे नूं, x एक्सिस की y इक्वल हाँ जी वाई एक्सिस की इक्वेशन होती है x इक्वल टू 0, ठीक है। ये लाइन पैरेलल टू x एक्सिस, इट डज नॉट कंटेन द टर्म ऑफ इनवॉल्व। देखो जिदे पैरेलल आई गल, सिंपल जी गल तुहानूं दसती, पहला भी इत्थे 3D च दसी सी, जिदे पैरेलल आई लाइन वो आप विच नहीं आउंदा, मतलब पैरेलल टू वाई एक्स है तो वाई की टर्म विच नहीं आऊगी, पैरेलल टू एक्स एक्सिस है तो एक्स की टर्म विच नहीं आऊगी, मतलब वाई च आंसर आऊगा। तो इस तरीके जी ओरीजन चो पास करूगी लाइन 0 0 च पास करूगी लाइन, वो कॉन्स्टेंट नो कॉन्स्टेंट टर्म, वो कॉन्स्टेंट टर्म नहीं होगी। तो तुसी बस ये देख लिया करो कॉन्स्टेंट टर्म नहीं हैगी तो ओरीजन चो पास करूगी साडे कोल लाइन। हुण मेनली गल तीसरी हैगी जिहड़ी सब तो इंपोर्टेंट है सारी स्ट्रेट लाइन दे विच स्लोप। हुण असीं ओहदी गल करदे हां, स्क्रीनशॉट लैना लै लो अगले पेज ते स्लोप दा ही रोला पाउने जी आपां सारा। स्लोप हुंदी की चीज है? स्लोप स्लोप पॉजिटिव एक्स एक्सिस नाल जिन्ना एंगल बनाउंदी है जी अपने को, पॉजिटिव एक्स एक्सिस नाल जिन्ना एंगल बनाउंदी है जी अपने को, ओनू असीं स्लोप बोलदे हां थीटा, ठीक है। जिवें आपां इंक्लाइंड पंजाबी च आपां जिवें ढाल कह दिंदे अपने को, जिवें घरे पौड़ियां बनी हुंदियां स्लोप ते बणियां हुंदियां अपने को, स्पैसिफिक स्लोप दित्ती जांदी है भी सानूं चढ़ना ते उतरना सौखा रहे, ठीक है। ज्यादा स्लोप ते बना देंगे सानूं चढ़ना औखा हो जाऊगा जी अपने को। तो अपने को की है ये थीटा जिहड़ा एंगल बनाउंदा है, ये स्लोप बनाउंदी है, स्लोप इक्वल टू टैन थीटा जी। टेंजेंट एंगल लेना हुंदा असीं, स्लोप फाइंड कर ली, स्लोप इक्वल टू टैन थीटा परपेंडिकुलर अपॉन बेस, जे असीं प्रॉपर तरीके नाल इहनूं ऐ सोल्व करना है।
टाइम जिथे मर्जी बना लो स्लोप सेम रहूगी, सारे किते थीटा ही रहूगा, किते ऐ ना समझो भी किते इत्थे नीचे ही थीटा ही, सारे किते थीटा रहूगा ही। तो स्लोप जे एंगल पता था टैन एंगल ले लिया करो स्लोप। जे दो पॉइंट पता है लाइन के उत्ते किते भी पता हम पूरी लाइन के उत्ते पॉइंट, तो असी पूरी लाइन की स्लोप बना सकते हैं y2 माइनस y1 अपॉन x2 माइनस x1। ये पूरी लाइन की स्लोप बन जाती है अपने को पॉइंट। तीसरी चीज तीसरा है अपने को ax प्लस by प्लस c, जे लाइन की लोकेशन हैगी है वो तो स्लोप बनानी है तुसी, वो तो स्लोप बनूगी माइनस कोफिशिएंट ऑफ एक्स, ये सब तो वधिया याद कर लियो, कोफिशिएंट ऑफ वाई मतलब माइनस ए अपॉन बी। ये आ गई साडे कोल स्लोप ऑफ लाइन, लाइन की स्लोप आ गई जे सानू लाइन ही पता होवे, जे एंगल पता होवे तां भी स्लोप पता है, जे साडे कोल पॉइंट पता होवे तां भी सानू स्लोप दा क्लीयर है भी की होगी स्लोप, तां साडी स्लोप पॉइंट हो सकती है। ठीक है जी, आ एडी क गल है जी। हुण आपां करदे हां लाइन्स किन्ने तरह दियां बना सकदे हां। वो तो पहला चलो एंगल उंगल भी देख ही लईए जी अपने को। ठीक है स्लोप दे नाल रिलेटेड। ठीक है स्लोप जे पैरेलल टू एक्स एक्सिस आई तो थीटा इक्वल टू की हो जूगी 0, पैरेलल टू एक्स एक्सिस थीटा 0 हो गया तो स्लोप भी की हो जूगी, एम नाल डिनोट करते हैं स्लोप नु, एम भी साडे कोल 0 हो जूगा जी। ठीक है जे पैरेलल टू वाई एक्सिस है थीटा कितना हो जाएगा पाई/2, पाई/2 नाल स्लोप कितनी हो जाएगी इनफिनिटी। एक वर्ड यूज करोगे इक्वली इनकलाइंड, जो पहला भी किया है इक्वली इनकलाइंड, तो उत्थे थीटा होंदा है प्लस माइनस 45 डिग्री, पाई/4 प्लस माइनस 45 डिग्री ता कहने जी क्योंकि एवं भी हो सकती है, वो एवं भी ऊपर एंगल 45 बनूगा नीचे एंगल माइनस 45 बनूगा, जब घुमा के आओगे तो 135 भी बना सकते, ठीक है कोई फर्क नहीं पैदा। तो उत्थे स्लोप कितनी होगी साडे कोल प्लस माइनस 1, सीधे ही ले लिया करो प्लस माइनस 1 जे इक्वली इनकलाइंड है बिल्कुल अपने को ऊपर नीचे एक्स एक्स दे वाई एक्स नाल बराबर एंगल बनाती है, तो इक्वली इनकलाइंड वर्ड यूज करते ही तो स्लोप होगी प्लस माइनस 1 जी अपने। ठीक है ये कोफिशिएंट है, कोलिनियर की कंडीशन ये यूज करा करांगे, सब तो सौखी है ते जल्दी है। हुण अपने को 3 पॉइंट कहते ही मान लो x1 y1, बी दूसरा पॉइंट कहता है x2 y2, सी तीसरा पॉइंट कहता है x3 y3। एक कोलिनियर बनाने जी आपां कोलिनियर चेक करनी है, इन्हां दी कोलिनियरिटी चेक करनी, तो असीं की करांगे स्लोप ऑफ ए बी सोल्व कर लांगे, इक्वल कर लांगे स्लोप ऑफ बी सी या कुछ भी कर लो सी ए, स्लोप ऑफ बी सी ये सेम कर देंगे, जे स्लोप दोनों ही सेम हो गया असीं कोलिनियर दी कंडीशन मान सकते हैं। सब तो सौखा काम है जी अपने को पॉइंट पता हो स्लोप असीं फाइंड कर लिया, सानू कोई रोल नहीं, सब तो सौखा फॉर्मूला ही साडे कोल ये कोलिनियर दा प्रूव करना है। दूसरा ये तो होगी पैरेलल ते परपेंडिकुलर की गल, जे कोई एंगल बनाउंदियां दो लाइन्स आपस विच स्क्रीनशॉट ले लो। बड़ी वड्डियां बना दी आ थीटा एंगल बनाउंदी दो लाइन्स, ठीक है दोनों ही स्लोप पता है मैनू m1 ते m2, tan थीटा इक्वल टू हो गई ਇਹਦਾ फॉर्मूला m1 माइनस m2 अपॉन 1 प्लस m1 m, तो साडे कोल या मॉडुलस हटा के तुसी प्लस माइनस 20 लगा सकते हो, मॉडुलस हटा के प्लस माइनस 20 लगा सकते हो m1 माइनस m2 अपॉन 1 प्लस m1 m, जे दोनों लाइन्स पैरेलल नहीं, जे दोनों लाइन्स पैरेलल है तो दोनों ही स्लोप की होगी इक्वल होगी, जे दोनों लाइन्स परपेंडिकुलर है तो दोनों ही स्लोप का प्रोडक्ट की होगा साडे कोल -1 होगा, या एक ऐसा एक दी स्लोप दूसरे दे नेगेटिव दे रेसिप्रोकल होगी, एवें भी तुसी बोल सकते दूसरे दे नेगेटिव दे रेसिप्रोकल होगी एक दी स्लोप। इस तरीके दे नाल असीं आपां सोल्व कर सकते हैं कोई भी चीज अपने को स्लोप दे नाल रिलेटेड है, साडा सौखा ते ईजी प्रोसैस है स्लोप वाला काम, इनू नहीं भुलना तुसीं क्योंकि ये बहुत सारे काम साडे सौखे हो जाते हैं।
ਇਸ ਨੂੰ ਭੁੱਲ ਗਏ ਆਪਾਂ ਸਰ ਨੁਕਸਾਨ ਇਹ ਵੈਸੇ ਜਿਹੜੇ ਡੈਰੀਵੇਟਿਵ ਸੀ ਸਰ ਸੇਮ ਹੀ ਹੈ ਨਾ ਉਹ ਹਾਂਜੀ ਸੇਮ ਹੀ ਡੈਰੀਵੇਟਿਵ ਨਾਲ ਕਰ ਲਈ ਜੇ ਡੈਰੀਵੇਟਿਵ ਹੁੰਦੀ ਹੈ ਸਲੋਪ ਤਾਂ ਉਹੀ ਉਹ ਟੈਂਜੈਂਟ ਦੀ ਸਲੋਪ ਹੁੰਦੀ ਹੈ ਇਕੱਲੀ ਬਸ ਉਹ ਧਿਆਨ ਰੱਖ ਲਈ ਠੀਕ ਹੈ ਜਿਹੜੀ dy/dx ਹੁੰਦੀ ਹੈ ਨਾ ਜੀ ਉਹ ਟੈਂਜੈਂਟ ਦੀ ਸਲੋਪ ਹੁੰਦੀ ਸਲੋਪ ਆਫ ਟੈਂਜੈਂਟ ਦੋਨੋਂ ਮਿਕਸ ਹੈ ਜੇ ਉੱਥੇ ਸਲੋਪ ਆਫ ਟੈਂਜੈਂਟ ਪੁੱਛ ਲਈ ਤਾਂ ਉਹਨੂੰ ਯੂਜ਼ ਕਰ ਲਿਓ ਜੇ ਕੋਈ ਹੋਰ ਹੀ ਲਾਈਨ ਲੂਈਨ ਦੀ ਪੁੱਛੀ ਫੇਰ ਨਾ ਆਪਾਂ ਲਈਓ ਪੰਗਾ ਗਲਤ ਹੋ ਜਾਊਗਾ ਕੰਮ ਹੁਣ ਅਸੀਂ ਲਾਈਨ ਦੀਆਂ ਓਕੇਸ਼ਨ ਬਣਾਉਣੀਆਂ ਸਿੱਖਦੇ ਸੌਖੀਆਂ ਨਾਮ ਦੇ ਅਕੋਰਡਿੰਗ ਯਾਦ ਕਰਾਉਂਗਾ ਜੀ ਮੈਂ ਤੁਹਾਨੂੰ ਸਲੋਪ ਇੰਟਰਸੈਪਟ ਫਾਰਮ ਸਲੋਪ ਇੰਟਰਸੈਪਟ ਫਾਰਮ ਤਾਂ ਉਹ ਹੁੰਦੀ ਹੈ y = mx + c m is slope c is y ਇੰਟਰਸੈਪਟ ਹੁੰਦਾ ਹੈ ਧਿਆਨ ਰੱਖਿਓ ਗੱਲ x ਇੰਟਰਸੈਪਟ ਨਹੀਂ ਹੁੰਦਾ ਇਹ y ਇੰਟਰਸੈਪਟ ਹੁੰਦਾ ਹੈ ਜਿਹੜਾ c ਹੁੰਦਾ ਹੈ this is y ਇੰਟਰਸੈਪਟ y ਤੇ ਕਿੰਨੇ ਤੇ ਕੱਟ ਕਰਦੀ ਹੈ ਉਹ ਲਾਈਨ ਤਾਂ ਉਹਦੀ ਇਕੁਏਸ਼ਨ ਬਣਾ ਸਕਦੇ ਹਾਂ ਜੇ ਉਹਦੀ ਸਲੋਪ ਪਤਾ ਇੱਕ ਸਲੋਪ ਇੱਕ ਇੰਟਰਸੈਪਟ ਇਹਨੂੰ ਬੋਲਦੇ ਆ ਸਲੋਪ ਇੰਟਰਸੈਪਟ ਇੱਕ ਹੁੰਦੇ ਆ 1 ਪੁਆਇੰਟ ਫਾਰਮ ਵੀ ਬੋਲਦੇ ਦੋ ਨਾਮ ਨੇ ਇਹਦੇ 1 ਪੁਆਇੰਟ ਫਾਰਮ ਬੋਲ ਸਕਦੇ ਹੋ ਜਾਂ ਪੁਆਇੰਟ ਸਲੋਪ ਫਾਰਮ ਬੋਲ ਸਕਦੇ ਹੋ ਪੁਆਇੰਟ ਸਲੋਪ ਫਾਰਮ ਬੋਲ ਸਕਦੇ ਇਹ ਚ ਇੱਕ ਪੁਆਇੰਟ ਪਤਾ ਹੋਊਗਾ ਤੁਹਾਨੂੰ ਇੱਕ ਸਲੋਪ ਪਤਾ ਹੋਊਗੀ ਤਾਂ y - y1 ਸਲੋਪ x - x1 ਆ ਇਕੁਏਸ਼ਨ ਹੁੰਦੀ ਪੁਆਇੰਟ 1 ਪੁਆਇੰਟ ਫਾਰਮ ਬੋਲ ਸਕਦੇ ਹੋ ਜਾਂ ਪੁਆਇੰਟ ਸਲੋਪ ਫਾਰਮ ਇੱਕ ਹੁੰਦੇ 2 ਪੁਆਇੰਟ ਫਾਰਮ ਦੋ ਪੁਆਇੰਟ ਪਤਾ ਹੋਣਗੇ ਤੁਹਾਨੂੰ ਠੀਕ ਹੈ ਦੋ ਪੁਆਇੰਟ ਮੰਨ ਲਓ ਇੱਕ x1 y1 ਇੱਕ x2 y ਤੇ ਦੋ ਪੁਆਇੰਟ ਪਤਾ ਹੋਣਗੇ ਤਾਂ y - y1 = y2 - y1 upon x2 - x1 x - x ਇਹ ਸਾਡੇ ਕੋਲ ਕੀ ਹੁੰਦੀ ਹੈ 2 ਪੁਆਇੰਟ ਫਾਰਮ ਹੈ ਉਹੀ ਚੀਜ਼ ਦੇਖੋ ਵਿਚਾਲੇ ਕੀ ਹੈ ਇਹ ਸਲੋਪ ਹੀ ਹੈ ਠੀਕ ਹੈ ਉੱਪਰ ਵਾਲੀ 1 ਪੁਆਇੰਟ ਫਾਰਮ ਹੀ ਹੈ ਤਾਂ ਇਹ ਸਲੋਪ ਪੁਆਇੰਟ ਕੀਤੀ ਹੋਈ ਹੈ ਬਸ ਆਪਣੇ ਕੋਲ ਇਹਨੂੰ 2 ਪੁਆਇੰਟ ਫਾਰਮ ਬੋਲਦੇ ਆ ਆਪਣੇ ਕੋਲ ਠੀਕ ਹੈ ਸਕਰੀਨਸ਼ਾਟ ਲੈ ਲਓ ਦੋ ਹੋਰ ਦੱਸਦਾ ਜੀ ਮੈਂ ਤੁਹਾਨੂੰ ਤਿੰਨ ਆਉਂਦਾ ਕੰਮ ਅਸੀਂ ਦੋ ਤੋਂ ਲੈਣੇ ਆ ਤੀਜੇ ਤੋਂ ਬਹੁਤ ਘੱਟ ਲੈਣੇ ਆ ਯੂਜ਼ ਕਰਦੇ ਆ ਹਾਂਜੀ ਤੀਸਰਾ ਅਗਲਾ ਹੈਗਾ ਜੀ ਚੌਥੀ ਇਕੁਏਸ਼ਨ ਇੰਟਰਸੈਪਟਸ ਫਾਰਮ ਇੰਟਰਸੈਪਟਸ ਫਾਰਮ ਸੈਪਟਸ ਦਾ ਮਤਲਬ ਹੁੰਦਾ ਦੋ ਇੰਟਰਸੈਪਟ ਨੇ x ਐਕਸਿਸ ਤੇ a ਤੇ x ਐਕਸਿਸ ਤੇ a ਤੇ y ਐਕਸਿਸ ਤੇ b ਤੇ ਇੰਟਰਸੈਪਟ ਕਰਦੀ ਹੈ ਜੀ ਲਾਈਨ ਉਹਨੂੰ ਬੋਲਦੇ ਆ ਇੰਟਰਸੈਪਟਸ ਫਾਰਮ ਤੇ ਇਹਦੀ ਇਕੁਏਸ਼ਨ ਹੋਊਗੀ x upon a plus y upon b = 1 ਜਿਵੇਂ ਆਪਾਂ ਇੰਟਰਸੈਪਟ ਪਲੇਨ ਬਣਾਇਆ ਸੀ ਇੱਥੇ ਇੰਟਰਸੈਪਟ ਲਾਈਨ ਦੀ ਇਕੁਏਸ਼ਨ ਬਣਾਉਣੀ ਹੈ ਨੈਕਸਟ ਹੈਗੀ ਨੋਰਮਲ ਫਾਰਮ ਜਾਂ ਪਰਪੈਂਡੀਕੂਲਰ ਫਾਰਮ ਇਹ ਵੀ ਬੋਲ ਲੈਂਦੇ ਉਹ ਕੀ ਹੈ ਜੀ ਆਪਣੇ ਕੋਲ ਇਕੁਏਸ਼ਨ ਲਾਈਨ ਕਿਵੇਂ ਬਣਾਉਣੀ ਉਹ ਥੋੜੀ ਸਪੈਸ਼ਲ ਹੈ ਜੀ ਇਹ ਸਪੈਸ਼ਲ ਹੈ ਜੀ ਆਪਣੇ ਕੋਲ ਇਹਦੇ ਲਈ ਸਪੈਸ਼ਲ ਚੀਜ਼ਾਂ ਦੀ ਲੋੜ ਹੁੰਦੀ ਹੈ ਠੀਕ ਹੈ ਸਪੈਸ਼ਲ ਚੀਜ਼ਾਂ ਦੀ ਕੀ ਆ ਪਰਪੈਂਡੀਕੂਲਰ ਹੈ ਜੀ ਇਹਨੂੰ ਪਰਪੈਂਡੀਕੂਲਰ ਡਿਸਟੈਂਸ ਹੈ ਇਹਦਾ ਉਸ ਲਾਈਨ ਦਾ ਓਰੀਜਨ ਤੋਂ ਤੇ ਐਂਗਲ ਅਲਫਾ ਹੈ ਜੀ ਆਪਣੇ ਲਾਈਨ AB ਦੀ ਇਕੁਏਸ਼ਨ ਹੀ ਬਣੂਗੀ ਆਪਣੇ ਕੋਲ ਲਾਈਨ ਇਹ ਪਰ ਬਣੂਗੀ ਨੋਰਮਲ ਫਾਰਮ ਨਾਲ ਇਹਦਾ ਫਾਰਮੂਲਾ ਦਾ x cos alpha y sin alpha = ਇਹ ਸਪੈਸ਼ਲ ਕਿਉਂ ਹੈ ਸਪੈਸ਼ਲ ਇਹ ਪਰਪੈਂਡੀਕੂਲਰ ਡਿਸਟੈਂਸ ਚਾਹੀਦਾ ਓਰੀਜਨ ਤੋਂ ਉਸ ਲਾਈਨ ਤੱਕ ਦਾ ਦੂਸਰੀ ਗੱਲ ਆਪਣੇ ਕੋਲ ਐਂਗਲ ਪਤਾ ਹੋਣਾ ਚਾਹੀਦਾ ਉਸ ਪਰਪੈਂਡੀਕੂਲਰ ਦਾ x ਐਕਸਿਸ ਦੇ ਨਾਲ ਅਲਫਾ ਤਾਂ ਇਹ ਸਪੈਸ਼ਲ ਫਾਰਮ ਹੈ ਸਪੈਸ਼ਲ ਚੀਜ਼ਾਂ ਦਿੱਤੀਆਂ ਹੋਣਗੀਆਂ ਤਾਂ ਹੀ ਬਣੂਗੀ ਇਹ ਲਾਈਨ ਜਿਹੜੀ ਲਾਸਟ ਬੋਲਦਾ ਸੀ ਵੀ ਜਿਹੜੀ ਘੱਟ ਯੂਜ਼ ਹੁੰਦੀ ਉਹਨੂੰ ਬੋਲਦੇ ਆ ਸਿਮੈਟ੍ਰੀਕਲ ਫਾਰਮ ਜਿਹੜੀ ਆਪਾਂ ਪਿੱਛੇ ਯੂਜ਼ ਕੀਤੀ ਹੈ 3D ਦੇ ਵਿੱਚ ਉਹੀ ਸੇਮ x - x1 ਜ਼ਿਆਦਾਤਰ ਇਹਦੇ ਚ ਇਹ ਲਿਖਦੇ ਆ x - x1 cos θ y ਕਿਉਂਕਿ ਇੱਥੇ LMN ਲਿਖਦੇ ਆ ਕਿਉਂਕਿ ਤਿੰਨ ਹੁੰਦੇ ਸੀ ਇੱਥੇ ਤਾਂ ਨਹੀਂ ਤਿੰਨ ਹੁੰਦੇ ਤਾਂ ਦਿਸ ਇਜ਼ ਦਾ ਸਿਮੈਟ੍ਰੀਕਲ ਫਾਰਮ ਇਹਨੂੰ ਅਸੀਂ ਆਮ ਨਹੀਂ ਯੂਜ਼ ਕਰਦੇ ਇਹਨੂੰ ਉਹੀ ਡਿਸਟੈਂਸ ਵਾਲਾ ਜਿਹੜਾ ਮੈਥਡ ਦੱਸਿਆ ਸੀ ਤੁਹਾਨੂੰ 3D ਦੇ ਵਿੱਚ ਉਹਦੇ ਕਰਕੇ ਚਾਹੇ ਯੂਜ਼ ਕਰ ਲਈਏ ਵੀ ਕਿਸੇ ਡਿਸਟੈਂਸ ਤੇ ਪੁਆਇੰਟ ਲੱਭਣਾ ਹੋਵੇ ਫਿਰ ਇਹੀ ਇਕੁਏਸ਼ਨ ਯੂਜ਼ ਹੁੰਦੀ ਆ ਹੋਰ ਕੋਈ ਨਹੀਂ ਹੁੰਦੀ ਇਹਨੂੰ ਬੋਲਦੇ ਆ ਸਿਮੈਟ੍ਰੀਕਲ ਫਾਰਮ ਸਾਡੇ ਕੋਲ ਇਹ ਕੁਝ ਲਾਈਨਸ ਨੇ ਪਰ ਸਾਰਿਆਂ ਦੀ ਅਸੀਂ ਯੂਜ਼ ਨਹੀਂ ਕਰਾਂਗੇ ਸਾਰਿਆਂ ਨੂੰ ਅਸੀਂ ਤਾਂ ਜਿਹੜਾ ਕਹਿੰਦੇ ਮਨ ਮਰਜ਼ੀ ਦੇ ਯੂਜ਼ ਕਰਾਂਗੇ ਜਿਹੜਾ ਸਾਡਾ ਮਨ ਕੀਤਾ ਉਹ ਅਸੀਂ ਯੂਜ਼ ਕਰਿਆ ਕਰਾਂਗੇ
ਸਾਨੂੰ ਇਹਨਾਂ ਤੋਂ ਕੋਈ ਸਾਰਿਆਂ ਨਾਲ ਨਹੀਂ ਲੈਣਾ ਦੇਣਾ ਵੀ ਸਾਰਿਆਂ ਨਾਲ ਪੰਗੇ ਲਈ ਜਾਈਏ। 3 ਕੰਡੀਸ਼ਨ ਜ਼ਰੂਰ ਯਾਦ ਕਰਾਂਗੇ ਆਪਣੇ ਕੋਲ, ਕਿਉਂਕਿ ਸਾਡੇ ਕੋਲ ਸਾਰੇ ਕਿਤੇ ਸਲੋਪ ਕੱਢੀ ਜਾਈਏ ਇਹ ਵੀ ਸਾਡੇ ਲਈ ਵਧੀਆ ਚੀਜ਼ ਨਹੀਂ ਹੈਗੀ। 2 ਲਾਈਨਸ ਲਈ ਕੁਝ ਕੰਡੀਸ਼ਨਸ ਬਣਾ ਲੈਣੇ ਅਸੀਂ। ਵੈਸੇ 10th 'ਚ ਬੱਚੇ ਪੜ੍ਹਦੇ ਨੇ ਇਹ ਚੀਜ਼ਾਂ, a1x b1y plus c1 equal to 0। a2 ਇਹ 2 ਲਾਈਨਸ ਦੀ ਓਕੇਸ਼ਨ ਹੈ ਜੀ। ਜੇ ਤਾਂ ਇਹ ਦੋਨੋਂ ਲਾਈਨਸ ਆਪਣੇ ਕੋਲ ਇੰਟਰਸੈਕਟ ਕਰਦੀਆਂ, ਇੰਟਰਸੈਕਟ ਇੱਕ ਦੂਜੇ ਨੂੰ ਕੱਟ ਕਰਦੀਆਂ, ਠੀਕ ਹੈ, ਤਾਂ ਆਪਣੇ ਕੋਲ ਇਹਦੇ ਚ a1 upon a2 not equal to b1 upon b2। ਇਹ ਸੇਮ ਨਹੀਂ ਹੁੰਦੇ ਰੇਸ਼ੋ ਆਫ x ਤੇ ਰੇਸ਼ੋ ਆਫ y। ਜੇ ਇਹ ਪੈਰਲਲ ਨੇ ਲਾਈਨਸ ਤਾਂ ਇਹ ਦੋਨੋਂ ਸੇਮ ਹੋਣਗੇ, a1 ਤੇ a2 equal to b1 b2 not equal to c1 c2। ਇਹ ਸੇਮ ਨਹੀਂ ਹੋਊਗਾ ਕਨਸਟੈਂਟ ਟਰਮ। ਜੇ ਕੋਇਨਸਾਈਡ ਕਰਦੀਆਂ ਨੇ ਇਹ ਲਾਈਨਸ, ਆਇਡੈਂਟੀਕਲ ਕਹਿ ਲਓ ਜਾਂ ਕੋਇਨਸਾਈਡ ਕਰਦੀਆਂ ਨੇ ਲਾਈਨਸ, ਤਾਂ ਆਪਣੇ ਕੋਲ ਤਿੰਨੋਂ ਚੀਜ਼ਾਂ ਸੇਮ ਹੋਣਗੀਆਂ। a1 a2 ਇੱਕ ਦੂਜੇ ਦੇ ਉੱਪਰ ਨੇ, ਕਹਿਣ ਦਾ ਮਤਲਬ b1 b2 c1 c2, ਤਾਂ ਇੱਕ ਦੂਸਰਾ ਕੋਇਨਸਾਈਡ ਕਰ। ਇਹ 3 ਕੰਡੀਸ਼ਨਸ ਤਾਂ ਅਸੀਂ ਯਾਦ ਕਰ ਲੈਣੇ ਵੀ ਅਸੀਂ ਸਲੋਪ ਨਾਲ ਮੱਥਾ ਨਾ ਮਾਰੀਏ, ਕਿਉਂਕਿ ਜ਼ਿਆਦਾਤਰ ਸਟੂਡੈਂਟ ਨੂੰ ਪ੍ਰੋਬਲਮ ਕਿੱਥੇ ਹੁੰਦੀ ਉਹ ਮੈਂ ਤੁਹਾਨੂੰ ਦੱਸਦਾ ਨਾ, ਆਹ 2 ਕੰਡੀਸ਼ਨ 'ਚ ਸਲੋਪ ਦੇ ਕੇਸ ਵਿੱਚ ਪੈਰਲਲ ਤੇ ਕੋਇਨਸਾਈਡ, ਕਿਉਂਕਿ ਆਪਾਂ ਅਸੀਂ ਸਲੋਪ ਫਾਈਂਡ ਕਰਦੇ ਹਾਂ ਉਹ ਸੇਮ ਹੈ, ਪਰ ਅਸੀਂ ਉਹ 'ਚ ਡਿਸਟਿੰਕਸ਼ਨ ਨਹੀਂ ਕਰ ਪਾਉਂਦੇ ਵੀ ਇਹ ਲਾਈਨਸ ਪੈਰਲਲ ਨੇ ਕਿ ਕੋਇਨਸਾਈਡ ਕਰਦੇ। ਕਈ ਵਾਰ ਇੱਥੇ ਵੀ ਡਿਸਟਿੰਕਸ਼ਨ ਕਰਨੀ ਪੈ ਸਕਦੀ ਹੈ, ਤਾਂ ਉੱਥੇ ਇਹ ਕੰਮ ਆਉਂਦੇ ਆ ਕੋਐਫੀਸ਼ੀਐਂਟਸ ਵਾਲੇ ਮੈਥਡ। ਇਹ ਸਾਡਾ ਸਲੋਪਸ ਦਾ ਆਪਣੇ ਕੋਲ ਲਾਈਨ ਤੇ ਸਲੋਪ ਦੀ ਗੱਲ ਹੈ। ਇਹਨੂੰ ਅੱਗੇ ਆਪਾਂ ਕੰਟੀਨਿਊ ਕਰਾਂਗੇ ਕੱਲ ਨੂੰ, ਕਿਉਂਕਿ ਟਾਈਮ ਖਤਮ ਹੋ ਗਈ ਆਪਣੇ ਕੋਲ, 20 ਸੈਕਿੰਡ ਰਹਿ ਗਏ ਹੁਣ, ਫਿਰ ਉਹਦੇ 'ਚ ਟੌਪਿਕ ਵਿੱਚ ਕਿਉਂ ਛੱਡਣਾ ਹੈ।